ਭੂਰਿਆਂ ਵਾਲੇ ਰਾਜੇ ਕੀਤੇ ਭਾਗ 25। ਕਾਜ਼ੀ ਨੂਰ ਮੁਹੰਮਦ ਦੀ ਜ਼ਬਾਨੀ ਸਿੰਘਾਂ ਦਾ ਚਰਿੱਤਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਦੀ ਰਹਿਮਤ ਸਦਕਾ ਉਹਨਾਂ ਨੂੰ ਪਹਿਲਾਂ ਹੀ ਨਿੱਘਰ, ਬਲਵਾਨ, ਵਿਸ਼ਾਲ ਤੇ ਸ਼ੁੱਧ ਸੋਚ ਪ੍ਰਦਾਨ ਹੋ ਚੁੱਕੀ ਸੀ। ਇਹ ਉੱਚੀ ਮੱਤ ਹੀ ਉਹਨਾਂ ਦੀ ਸਭ ਤੋਂ ਵੱਡੀ ਤੇ ਕੀਮਤੀ ਪੂੰਜੀ ਸੀ। ਘਰ ਘਾਟ ਛੱਡ ਜਦ ਜੰਗਲਾਂ ਵਿੱਚ ਆਣ ਡੇਰੇ ਲਾਏ ਤਾਂ ਉਹਨਾਂ ਨੂੰ ਕੋਈ ਥੋੜ ਨਹੀਂ ਜਾਪੀ, ਸਗੋਂ ਅਟੁੱਟ ਵਿਸ਼ਵਾਸ ਕੀਤਾ ਕਿ ਕੁਦਰਤ ਨੇ ਆਪਣੇ ਸਾਰੇ ਖਜ਼ਾਨੇ ਉਹਨਾਂ ਹੱਥ ਦੇ ਦਿੱਤੇ ਹਨ। ਰੂਹ ਦੀ ਵਡਮੁੱਲੀ ਦੌਲਤ, ਆਨੰਦ ਦੀ ਬਖਸ਼ਿਸ਼ ਨਾਲ ਉਹ ਮਾਲਾ ਮਾਲ ਹੋ ਗਏ ਹਨ। ਜ਼ਿੰਦਗੀ ਦੀ ਕਠਿਨਾਈ ਤੇ ਰੋਜ਼ਾਨਾ ਦੀ ਨਸ ਭੱਜ ਨੇ ਉਹਨਾਂ ਨੂੰ ਬੜੀ ਵਧੀਆ ਸਿਹਤ ਦਿੱਤੀ ਤੇ ਜਿਸਮ ਬੜੇ ਮਜ਼ਬੂਤ ਤੇ ਫੌਲਾਦ ਵਰਗੇ ਸਖਤ ਬਣ ਗਏ। ਚੁਸਤ ਫੁਰਤ ਤੌਰ ਲਈ ਮਜ਼ਬੂਤ ਲੱਤਾਂ, ਹਰ ਹਰਕਤ ਹੀ ਤੇਜ਼ੀ ਵਾਲੀ। ਘੋੜੇ ਦੀ ਪਿੱਠ ਤੇ 100 ਕੋਹ ਪੈਂਡਾ ਕਰਨਾ ਰੋਜ਼ਾਨਾ ਦੀ ਖੇਡ ਸੀ। ਪੈਦਲ ਸਿੰਘ ਵੀ ਮਗਰੇ ਉਸੇ ਸ਼ਾਮ ਨੂੰ 100 ਕੋਹ ਨਿਬੇੜ ਕੇ ਸਾਥੀਆਂ ਨਾਲ ਆ ਮਿਲਦੇ। ਰਾਤ ਨੂੰ ਹੀ ਕੁਝ ਘੰਟੇ ਆਰਾਮ ਨੂੰ ਮਿਲੇ, ਅਗਲੇ ਦਿਨ ਫਿਰ ਉਹ ਹਾਲ। ਸਰੀਰ ਦੀ ਮਜ਼ਬੂਤੀ ਦਾ ਇਹ ਹਾਲ ਕਿ ਜੇ ਕੋਈ ਸਿੰਘ ਵਲੈਤੀ ਘੋੜੇ ਨੂੰ ਲੱਤ ਮਾਰੇ ਤਾਂ ਥਾਂ ਤੇ ਹੀ ਮਾਰ ਦੇਵੇ। 1768 ਈਸਵੀ ਵਿੱਚ ਜਦ ਕਾਜ਼ੀ ਨੂਰ ਮੁਹੰਮਦ ਨੇ ਵੇਖਿਆ ਸੀ ਤਾਂ ਉਹ ਇਹ ਤਾਕਤ ਤੱਕ ਕੇ ਦੰਗ ਰਹਿ ਗਿਆ ਸੀ। ਉਸ ਸਮੇਂ ਉਹ ਕਲਾਤ ਦੇ ਨਵਾਬ ਨਸੀਰ ਖਾਨ ਨਾਲ ਸੀ। ਜਦ ਨਸੀਰ ਖਾਨ ਸਿੱਖਾਂ ਨੂੰ ਧਰਤੀ ਤੋਂ ਮਿਟਾ ਦੇਣ ਦਾ ਤਹੱਈਆ ਕਰਕੇ ਚੜ੍ਹ ਕੇ ਆਏ, ਅਹਿਮਦ ਸ਼ਾਹ ਦੁਰਾਨੀ ਦਾ ਇਮਦਾਦੀ ਬਣ ਕੇ ਆਇਆ ਸੀ। ਕਾਜ਼ੀ ਨੂਰ ਮੁਹੰਮਦ ਫਾਰਸੀ ਦਾ ਸ਼ਾਇਰ ਵੀ ਸੀ। ਕਲਾਤੀਆ ਨਸੀਰ ਖਾਨ ਇਸੇ ਲਈ ਉਸ ਨੂੰ ਨਾਲ ਲਿਆਇਆ ਸੀ ਕਿ ਸਿੱਖਾਂ ਵਿਰੁੱਧ ਉਸ ਨੂੰ ਲੜਦੇ ਤੇ ਉਸ ਦੀ ਬਹਾਦਰੀ ਦੇ ਜ਼ੋਰ ਵੇਖ ਕੇ ਕਾਜ਼ੀ ਉਸ ਦਾ ਜੰਗਨਾਮਾ ਲਿਖੇ। ਨੂਰ ਮੁਹੰਮਦ ਸਿੱਖਾਂ ਪ੍ਰਤੀ ਬੜਾ ਤੁਅੱਸਬ ਤੇ ਨਫ਼ਰਤ ਰੱਖਦਾ ਸੀ। ਤੁਅੱਸਬ 'ਚ ਅੰਨਾ ਹੋ ਕੇ ਉਹ ਸਿੱਖਾਂ ਨੂੰ ਬੇਵਜ੍ਹਾ ਗਾਲੀ ਦਿੰਦਾ ਥੱਕਦਾ ਨਹੀਂ। ਬੜੀ ਘਟੀਆ ਤੇ ਬੇਹੂਦਾ ਸ਼ਬਦਾਵਲੀ ਵਰਤੀ ਹੈ ਉਸ ਨੇ ਸਿੱਖਾਂ ਬਾਰੇ। ਸੱਗ, ਕੁੱਤੇ, ਰੂਸਿਆ, ਕਾਲੇ ਮੂੰਹ ਵਾਲੇ, ਖੂਕ ਖੋਰ, ਖੰਜ਼ੀਰ ਖੋਰ, ਭਾਵ ਸੂਰ ਹੈ, ਸੂਰ ਖਾਣੇ, ਬਦ ਸ਼ਰਿਸ਼ਤ, ਭੈੜੀ ਖੋਹ ਵਾਲੇ, ਬਦਰੱਗ, ਭੈੜੇ ਨਾਲਾਇਕ, ਜਿਸਤਰੂ, ਬੁਰੇ ਮੂੰਹ ਵਾਲੇ, ਕਾਫਰ, ਨਜਸ, ਗੰਦੇ ਪਲੀਦ ਆਦਿ ਕੁਝ ਸ਼ਬਦ ਵਰਤਦਾ ਹੋਇਆ ਕਿਤਿਓਂ ਦਾ ਕਿਤੇ ਚਲਿਆ ਜਾਂਦਾ ਹੈ। ਕਲਾਤ ਪੰਜਾਬੋਂ ਕੋਈ ਬਹੁਤੀ ਦੂਰ ਨਹੀਂ। ਸੱਖਰ ਜੋ ਦਰਿਆ ਸਿੰਧ ਦੇ ਖੱਬੇ ਕੰਢੇ ਉੱਤੇ ਨਾਲ ਸਥਿਤ ਹੈ ਤੋਂ ਕਲਾਤ ਪਹਾੜ ਉੱਤਰ ਲਹਿੰਦੇ ਵਿੱਚ 30 ਡਿਗਰੀ ਤੇ 270 ਕਿਲੋਮੀਟਰ ਦੀ ਦੂਰੀ ਅਤੇ ਕੋਇਟੇ ਤੋਂ 18 ਡਿਗਰੀ ਦੱਖਣ ਪੱਛਮ 130 ਕਿਲੋਮੀਟਰ ਦੇ ਫਾਸਲੇ ਉੱਤੇ ਬਲੋਚਿਸਤਾਨ ਵਿੱਚ ਵਾਕਿਆ ਹੈ। ਉਸ ਵੇਲੇ ਦੀ ਆਵਾਜਾਈ ਦੇ ਹਿਸਾਬ ਤੇ ਲੋਕਾਂ ਦੇ ਇੱਕ ਦੂਜੇ ਬਾਰੇ ਜਾਣੂ ਹੋਣਾ ਅੱਜ ਵਾਂਗ ਹੀ ਸੀ। ਤੁਰਕੀ, ਈਰਾਨ, ਅਰਬ, ਬਲੋਚਿਸਤਾਨ, ਅਫਗਾਨਿਸਤਾਨ ਤੇ ਹਿੰਦੁਸਤਾਨ ਵਿੱਚ ਵਪਾਰ ਰਾਹੀਂ ਡਾਢਾ ਸੋਹਣਾ ਰਾਬਤਾ ਕਾਇਮ ਸੀ। ਇਹ ਸਪਸ਼ਟ ਹੈ ਕਿ ਅਫਗਾਨਿਸਤਾਨ ਔਰੰਗਜ਼ੇਬ ਤੋਂ ਪਿੱਛੋਂ ਮੁਹੰਮਦ ਸ਼ਾਹ ਰੰਗੀਲੇ ਤੱਕ ਕਿਸੇ ਨਾ ਕਿਸੇ ਸ਼ਕਲ ਵਿੱਚ ਹਿੰਦੁਸਤਾਨ ਦੇ ਅਧੀਨ ਰਿਹਾ ਹੈ। ਇੱਕ ਪਾਸੇ ਦਿੱਲੀੋਂ ਚੱਲ ਬਹਾਵਲਪੁਰ, ਸਿੱਬੀ, ਕੋਇਟਾ ਤੇ ਬੋਲਾਨ ਦਰੇ ਥਾਣੀ ਹੋ ਕੇ ਕਾਫਲੇ ਕੰਧਾਰ ਤੇ ਫਿਰ ਇਸ ਤੋਂ ਅੱਗੇ ਹਿਰਾਤ ਤੇ ਮਸ਼ਹਦ ਨੂੰ ਦਿਨ ਰਾਤ ਚੱਲਦੇ ਰਹਿੰਦੇ ਸਨ। ਕਾਫਲੇ ਹਰ ਪ੍ਰਕਾਰ ਦੀਆਂ ਖਬਰਾਂ ਦਾ ਵੀ ਸਾਧਨ ਹੁੰਦੇ ਸਨ। ਵੱਖ-ਵੱਖ ਖਿੱਤਿਆਂ ਦੇ ਲੋਕਾਂ ਦਾ ਮੇਲ-ਜੋਲ, ਸੱਭਿਆਚਾਰਕ ਖਲਤ ਮਲਤ ਤੇ ਰਸਮੋ ਰਿਵਾਜ ਦੇ ਸੰਚਾਰ ਵਿੱਚ ਇਨ੍ਹਾਂ ਰਾਹਾਂ ਤੇ ਕਾਫਲਿਆਂ ਦਾ ਬੜਾ ਵੱਡਾ ਯੋਗਦਾਨ ਸੀ ਤੇ ਇਹ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ। ਕਾਜ਼ੀ ਨੂਰ ਮੁਹੰਮਦ ਨੂੰ ਸਿੱਖਾਂ ਬਾਰੇ ਸਭ ਕੁਝ ਪਤਾ ਹੋਵੇਗਾ। ਕਾਬਲ ਜਾਂ ਕੰਧਾਰੋਂ ਚੱਲ ਕੇ ਦਿੱਲੀ ਜਾਣ ਲੱਗਿਆਂ ਉਹਨਾਂ ਜੂਹਾਂ ਵਿੱਚ ਦੀ ਲੰਘਣਾ ਪੈਂਦਾ ਸੀ ਜਿਨ੍ਹਾਂ ਵਿੱਚ ਸਿੰਘ ਬੁੱਕਦੇ ਸਨ ਤੇ ਸਾਂਝ ਸਵੇਰ ਜੈਕਾਰੇ ਗੂੰਜਦੇ ਸੁਣਾਈ ਦਿੰਦੇ ਸਨ। ਲਾਲਚ ਦੇ ਤੁਅੱਸਬ ਵਸ ਕਾਜ਼ੀ ਜੀ ਸਿੱਖਾਂ ਵਿਰੁੱਧ ਗਾਲੀਆਂ ਦਾ ਤੂਫਾਨ ਖੜਾ ਕਰ ਦਿੰਦੇ ਹਨ। ਸਿਰਫ ਜਦ ਤੱਕ ਸਿੱਖਾਂ ਨਾਲ ਵਾਹ ਨਹੀਂ ਪਿਆ ਤੇ ਉਹਨਾਂ ਦੇ ਜ਼ੋਰ ਅੱਖੀਂ ਨਹੀਂ ਵੇਖ ਲਏ। ਅਹਿਮਦ ਸ਼ਾਹ ਦੁਰਾਨੀ, ਜਿਸ ਦੇ ਸੰਗ ਹੋ ਕੇ ਕਾਜ਼ੀ ਜੀ ਦਾ ਆਕਾ ਏ ਨਾਮਦਾਰ ਨਸੀਰ ਖਾਨ ਲੜਦਾ ਹੈ, ਨਾਲ ਸਿੰਘਾਂ ਦੀਆਂ ਦਰਿਆ ਸਤਲੁਜ ਤੇ ਬਿਆਸ ਵਿਚਕਾਰ 7 ਲੜਾਈਆਂ ਹੋਈਆਂ ਹਨ। ਦੁਰਾਨੀਆਂ ਤੇ ਬਲੋਚਾਂ ਦਾ ਜਹਾਦਾਂ ਦਾ ਚਾਅ ਸਿੰਘਾਂ ਨੇ ਤੇਗਾਂ ਨੇਜਿਆਂ ਨਾਲ ਲਾ ਦਿੱਤਾ ਹੈ। ਅਹਿਮਦ ਸ਼ਾਹ ਦੀ ਦਿੱਲੀ ਅਪਣ ਦੀ ਖਾਹਿਸ਼
ਹਸਰਤ ਬਣ ਗਈ ਹੈ ਤੇ ਵਾਹੋਦਾਹੀ ਅਫਗਾਨਿਸਤਾਨ ਨੂੰ ਪਰਤ ਜਾਣਾ ਚਾਹੁੰਦਾ ਹੈ। ਕਾਜ਼ੀ ਨੂਰ ਮੁਹੰਮਦ ਦਾ ਤਵੱਸਬ ਖਾਲਸਾ ਜੀ ਦੀ ਬਹਾਦਰੀ ਤੇ ਨੈਤਿਕਤਾ ਅੱਗੇ ਕਾਫੂਰ ਹੋ ਗਿਆ ਹੈ। ਉਸ ਦੀ ਕਲਮ ਜੋ ਗਾਲੀ ਦੇਂਦੀ ਨਹੀਂ ਸੀ ਥੱਕਦੀ, ਹੁਣ ਸਿਫਤਾਂ ਸਲੌਤਾਂ ਕਰਦੀ ਨਹੀਂ ਅੱਕਦੀ। ਸਿਫਤ ਉਹ ਹੁੰਦੀ ਹੈ ਜਿਸ ਨੂੰ ਦੁਸ਼ਮਣ ਵੀ ਮੰਨੇ ਤੇ ਆਪਣੀ ਜ਼ੁਬਾਨ ਨਾਲ ਜਾਂ ਲਿਖ ਕੇ ਖੁਦ ਕਰੇ। ਕਾਜ਼ੀ ਜੀ ਨੇ ਜਲਵੇ ਵੇਖ ਲਏ ਸਨ, ਪੂਰੀ ਤਰ੍ਹਾਂ ਪ੍ਰਭਾਵਿਤ ਹੋ ਗਏ ਹਨ। ਬਲੋਚਾਂ ਤੇ ਅਫਗਾਨਾਂ ਦੀਆਂ ਆਉਣ ਵਾਲੀਆਂ ਨਸਲਾਂ ਨੂੰ ਵੀ ਸਬਕ ਸਮਝਾਉਣੀਆਂ ਦਿੰਦੇ ਸਿੱਖਾਂ ਤੋਂ ਲੜਾਈ ਦੇ ਗੁਣ ਸਿੱਖਣ ਤੇ ਸਿੱਖਾਂ ਤੋਂ ਬਚ ਕੇ ਰਹਿਣ ਦੇ ਗੁਰ ਦੱਸਦੇ ਹੋਏ ਉਸੇ ਜ਼ੁਬਾਨ ਨਾਲ ਆਛ-ਆਛ ਕਰਦਿਆਂ ਫਾਰਸੀ ਵਿੱਚ ਉਹਨਾਂ ਨੇ ਜੋ ਲਿਖਿਆ ਉਸ ਦਾ ਉਲੱਥਾ ਪਾਠਕਾਂ ਲਈ ਪੰਜਾਬੀ ਵਿੱਚ ਹਾਜ਼ਰ ਹੈ। ਨੰਬਰ 1, ਸਗਾਂ ਕੁੱਤਿਆਂ ਨੂੰ ਭਾਵ ਸਿੱਖਾਂ ਨੂੰ ਸੱਗ ਨਾ ਕਹੋ, ਕਿਉਂਕਿ ਇਹ ਵਾਕਿਆ ਹੀ ਸ਼ੇਰ ਹਨ ਅਤੇ ਸੂਰਮ ਗਤੀ ਦੇ ਮੈਦਾਨ ਵਿੱਚ ਸ਼ੇਰਾਂ ਵਾਂਗੂ ਹੀ ਦਲੇਰ ਹਨ। ਨੰਬਰ 2, ਰਣ ਤੱਤੇ ਦਾ ਉਹ ਸੂਰਮਾ ਜੋ ਲੜਾਈ ਵਿੱਚ ਬੁੱਕੇ ਤੇ ਗੱਜੇ ਕਿਵੇਂ ਸੱਗ ਹੋ ਸਕਦਾ ਹੈ। ਨੰਬਰ 3, ਜੇ ਤੈਨੂੰ ਲੜਾਈ ਦਾ ਹੁਨਰ ਸਿੱਖਣ ਦੀ ਖਾਹਿਸ਼ ਹੈ ਤਾਂ ਜੰਗ ਦੇ ਮੈਦਾਨ ਵਿੱਚ ਇਹਨਾਂ ਦੇ ਸਾਹਮਣੇ ਹੋ। ਨੰਬਰ 4, ਉਹ ਤੈਨੂੰ ਲੜਾਈ ਦੇ ਅਜਿਹੇ ਢੰਗ ਸਿਖਾਉਣਗੇ ਕਿ ਸਾਰੇ ਵਾਹ-ਵਾਹ ਪਏ ਕਹਿਣਗੇ। ਨੰਬਰ 5 ਅਤੇ 6, ਹੇ ਤਲਵਾਰਧਾਰੀ ਸੂਰਮੇ, ਜੇ ਤੇਰੇ ਮਨ ਵਿੱਚ ਲੜਾਈ ਸਿੱਖਣ ਦੀ ਚਾਹ ਹੈ ਤਾਂ ਇਹਨਾਂ ਪਾਸੋਂ ਸਿੱਖ ਕਿ ਕਿਵੇਂ ਸੂਰਬੀਰਾਂ ਵਾਂਗ ਵੈਰੀ ਦੇ ਸਨਮੁਖ ਹੋਣਾ ਚਾਹੀਦਾ ਹੈ, ਆਪਣਾ ਕੰਮ ਕਰਕੇ ਅਤੇ ਲੜਾਈ ਵਿੱਚੋਂ ਕਿਵੇਂ ਆਪਣੇ ਆਪ ਨੂੰ ਵੈਰੀ ਤੋਂ ਸਾਫ਼ ਬਚਾ ਲਿਜਾਈਦਾ ਹੈ। ਨੰਬਰ 7, ਸਿੰਘ ਸ਼ਬਦ ਬਾਰੇ ਸਮਝ ਲੈ ਕਿ ਇਹ ਇਹਨਾਂ ਦਾ ਲਕਬ ਹੈ। ਇਹ ਨਿਆਂ ਤੋਂ ਦੂਰ ਦੀ ਗੱਲ ਹੈ, ਭਾਵ ਇਹ ਇਨਸਾਫ ਦੀ ਗੱਲ ਨਹੀਂ ਕਿ ਇਸ ਸ਼ਬਦ ਸਿੰਘ ਨੂੰ ਸੱਗ ਕੁੱਤਾ ਪੜਿਆ ਜਾਏ। 8 ਅਤੇ 9 ਨੰਬਰ, ਐ ਗੱਭਰੂ, ਜੇ ਤੈਨੂੰ ਹਿੰਦੀ ਬੋਲੀ ਦੀ ਵਾਕ ਵੀ ਨਹੀਂ ਤਾਂ ਸੁਣ, ਸਿੰਘ ਦੇ ਅਰਥ ਸ਼ੇਰ ਹਨ। ਲੜਾਈ ਸਮੇਂ ਤਾਂ ਇਹ ਸੱਚਮੁੱਚ ਹੀ ਸ਼ੇਰ ਹੁੰਦੇ ਹਨ ਕਿ ਮੌਜ ਮੇਲੇ ਸਮੇਂ ਹਾਤਮ ਤੋਂ ਵੀ ਵੱਧ ਹਨ। ਨੰਬਰ 10, ਜਾਦੇ ਹੱਥ ਵਿੱਚ ਹਿੰਦੁਸਤਾਨ ਦੀ ਬਣੀ ਤੇਗ ਫੜ ਲੈਂਦੇ ਹਨ ਤਾਂ ਹਿੰਦ ਤੋਂ ਸਿੰਧ ਦੇਸ਼ ਤੱਕ ਮਾਰਦੇ ਲਤਾੜਦੇ ਚਲੇ ਜਾਂਦੇ ਹਨ। ਨੰਬਰ 11, ਕੋਈ ਆਦਮੀ ਇਹਨਾਂ ਦੇ ਸਾਹਮਣੇ ਅੜ ਨਹੀਂ ਸਕਦਾ, ਭਾਵੇਂ ਉਹ ਕਿੱਡਾ ਵੀ ਬਲਵਾਨ ਸੂਰਮਾ ਕਿਉਂ ਨਾ ਹੋਵੇ। ਨੰਬਰ 12, ਜਾਦੇ ਹੱਥਾਂ ਵਿੱਚ ਨੇਜ਼ੇ ਫੜ ਲੈਂਦੇ ਹਨ ਤਾਂ ਵੈਰੀ ਦੀ ਸੈਨਾ ਵਿੱਚ ਭਾਜੜਾਂ ਪਾ ਦਿੰਦੇ ਹਨ। ਨੰਬਰ 13, ਜਦੋਂ ਨੇਜ਼ੇ ਦਾ ਸਿਰਾ ਅਸਮਾਨ ਵੱਲ ਚੁੱਕਦੇ ਹਨ ਤਾਂ ਜੇ ਕੋਹ ਕਾ ਪਹਾੜ ਵੀ ਹੋਵੇ ਤਾਂ ਵੀ ਉਸ ਨੂੰ ਚੀਰ ਪਾੜ ਦਿੰਦੇ ਹਨ। ਨੰਬਰ 14 ਅਤੇ 15, ਜਦ ਇਹ ਤਾਸ਼ਕੰਦ ਦੀ ਬਣੀ ਮਜ਼ਬੂਤ ਕਮਾਨ ਤੇ ਚਿਲਾ ਚੜਾਉਂਦੇ ਹਨ ਅਤੇ ਵੈਰੀ ਦੀ ਜਾਨ ਕੱਢ ਲੈਣ ਵਾਲਾ ਤੀਰ ਉਸ ਵਿੱਚ ਜੋੜ ਲੈਂਦੇ ਹਨ ਤੇ ਜਦ ਉਹਨਾਂ ਦੀ ਕਮਾਨ ਦਾ ਚਿਲਾ ਖਿੱਚਿਆ ਹੋਇਆ ਤੀਰ ਰੱਖ ਕੇ ਖਿੱਚੀ ਹੋਈ ਤੰਦੀ ਕੰਨ ਤੱਕ ਪੁੱਜਦਾ ਹੈ ਤਾਂ ਵੈਰੀ ਦਾ ਸਰੀਰ ਕੰਬਣ ਲੱਗ ਪੈਂਦਾ ਹੈ। ਨੰਬਰ 16, ਜਦ ਇਹਨਾਂ ਦਾ ਸਫਾ ਜੰਗ ਟਕੂਆ ਜੰਗੀ ਕੁਹਾੜਾ ਜ਼ਰਾ ਬਖਤਰ ਸੰਜੋ ਚਿਲਤਾ ਉੱਤੇ ਵੱਜਦਾ ਹੈ ਤਾਂ ਵੈਰੀ ਦੇ ਸਰੀਰ ਦਾ ਜ਼ਰਾ ਬਖਤਰ ਹੀ ਉਸ ਦਾ ਖਫਣ ਬਣ ਜਾਂਦਾ ਹੈ। ਨੰਬਰ 17, ਸਰੀਰ ਪੱਖੋਂ ਇਹਨਾਂ ਚੋਂ ਹਰ ਇੱਕ ਪਹਾੜ ਦਾ ਇੱਕ ਟੁਕੜਾ ਹੈ, ਜਾਹੋ ਜਲਾਲ ਰੋਬਦਾਬ ਵਿੱਚ ਹਰ ਕੋਈ 50 ਆਦਮੀਆਂ ਤੋਂ ਵੀ ਵੱਧ ਹੈ। ਨੰਬਰ 18 ਅਤੇ 19, ਜਿਹੜਾ ਬਹਿਰਾਮ ਗੋਰ ਜੰਗਲੀ ਗਧਿਆਂ ਨੂੰ ਸ਼ਿਕਾਰ ਕਰਕੇ ਮਾਰ ਲੈਂਦਾ ਸੀ ਤੇ ਸ਼ੇਰਾਂ ਨੂੰ ਪੈ ਕੇ ਉਹਨਾਂ ਦੀਆਂ ਚੀਕਾਂ ਕਢਾ ਛੱਡਦਾ ਸੀ, ਜੇ ਉਹ ਬਹਿਰਾਮ ਗੋਰ ਕਿਤੇ ਇਹਨਾਂ ਦੇ ਸਾਹਮਣੇ ਹੋ ਜਾਵੇ ਤਾਂ ਉਹ ਵੀ ਇਹਨਾਂ ਦੇ ਮੂਹਰੇ ਸਿਰ ਝੁਕਾ ਦੇਵੇਗਾ। ਨੰਬਰ 20 ਅਤੇ 21, ਇਹ ਹਥਿਆਰ ਛੱਡ ਕੇ ਲੜਾਈ ਵੇਲੇ ਜਦ ਬੰਦੂਕ ਹੱਥਾਂ ਵਿੱਚ ਫੜ ਲੈਂਦੇ ਹਨ ਤਾਂ ਸ਼ੇਰਾਂ ਵਾਂਗ ਬੁੱਕਦੇ, ਨਾਅਰੇ ਮਾਰਦੇ, ਛਾਲਾਂ ਮਾਰਦੇ ਮੈਦਾਨ ਵਿੱਚ ਆਣ ਨਿੱਤਰਦੇ ਹਨ। ਨੰਬਰ 22, ਕਈਆਂ ਦੀਆਂ ਛਾਤੀਆਂ ਪਾੜ ਦਿੰਦੇ ਹਨ ਅਤੇ ਅਨੇਕਾਂ ਦਾ ਖੂਨ ਮਿੱਟੀ ਵਿੱਚ ਮਿਲਾ ਦਿੰਦੇ ਹਨ। ਨੰਬਰ 23, ਤੂੰ ਇਉਂ ਕਹਿ ਇਹ ਬੰਦੂਕ ਪੁਰਾਣੇ ਸਮੇਂ ਵਿੱਚ ਇਹਨਾਂ ਸੱਗਾਂ ਦੀ ਕਾਢ ਕੱਢੀ ਹੋਈ ਹੈ, ਲੁਕਮਾਨ ਹਕੀਮ ਦੀ ਨਹੀਂ। ਨੰਬਰ 24, ਬੰਦੂਕਚੀ ਤਾਂ ਭਾਵੇਂ ਹੋਰ ਵੀ ਬਥੇਰੇ ਹਨ ਪਰ ਇਸ ਤੇ ਚਲਾਉਣ ਦਾ ਹੁਨਰ ਇਹਨਾਂ ਨਾਲੋਂ ਵੱਧ ਕੇ ਹੋਰ ਕੋਈ ਨਹੀਂ ਜਾਣਦਾ। ਨੰਬਰ 25, ਜੰਗ ਵਿੱਚ ਅੱਗੇ ਪਿੱਛੇ ਸੱਜੇ ਖੱਬੇ ਇਹ ਸੈਂਕੜੇ ਹੀ ਗੋਲੀਆਂ ਚਲਾਈ ਜਾਂਦੇ ਹਨ। ਨੰਬਰ 26 ਅਤੇ 27, ਜੇ ਤੈਨੂੰ ਮੇਰੀ ਇਹ ਗੱਲ ਤੇ ਯਕੀਨ ਨਾ ਆਵੇ
ਤਾਂ ਤੇਗਾਂ ਵਾਹੁਣ ਵਾਲੇ ਸੂਰਬੀਰਾਂ ਤੋਂ ਪੁੱਛ ਵੇਖ, ਉਹ ਮੇਰੇ ਇਸ ਕਹੇ ਤੋਂ ਵੀ ਵੱਧ ਦੱਸਣਗੇ ਅਤੇ ਇਹਨਾਂ ਦੀ ਲੜਾਈ ਨੂੰ ਆਫਰੀਨ, ਵਾਹ ਵਾਹ, ਸ਼ਾਬਾਸ਼ ਕਹਿਣਗੇ। ਨੰਬਰ 28, ਮੇਰੀ ਇਸ ਗੱਲ ਦੇ ਗਵਾਹ ਉਹ 30,000 ਬਹਾਦਰ ਜੰਗਜੂ ਹਨ ਜੋ ਇਹਨਾਂ ਸਾਹਮਣੇ ਹੋ ਕੇ ਮੈਦਾਨੇ ਜੰਗ ਵਿੱਚ ਲੜੇ ਹਨ। ਨੰਬਰ 29, ਜੇ ਇਹਨਾਂ ਦੀਆਂ ਫੌਜਾਂ ਵਿੱਚ ਭਗਦੜ ਮਚ ਜਾਵੇ ਤਾਂ ਐ ਵੀਰ ਬਹਾਦਰ ਇਸ ਨੂੰ ਭਗਦੜ ਨਾ ਸਮਝੀ। ਨੰਬਰ 30, ਕਿਉਂਕਿ ਲੜਾਈ ਸਮੇਂ ਇਹ ਵੀ ਇਹਨਾਂ ਦਾ ਇੱਕ ਦਾਓ ਢੰਗ ਹੈ, ਇਹਨਾਂ ਦੇ ਇਸ ਜਾਲ ਫਰੇਬ ਤੋਂ ਬਚੋ, ਦੁਬਾਰਾ ਬਚੋ। ਨੰਬਰ 31 ਅਤੇ 32, ਇਹਨਾਂ ਦਾ ਦਾਓ ਇਸ ਲਈ ਭਰਦਾ ਹੈ ਕਿ ਵੈਰੀ ਹਾਵੀ ਹੋ ਕੇ ਗੁੱਸੇ ਵਿੱਚ ਬਿਫਰਿਆ ਹੋਇਆ ਇਹਨਾਂ ਦੇ ਪਿੱਛੇ ਦੌੜ ਕੇ ਲੱਗ ਤੁਰਦਾ ਹੈ, ਆਪਣੇ ਲਸ਼ਕਰ ਦੀ ਸਹਾਇਤਾ ਤੋਂ ਦੂਰ ਨਿਕਲ ਜਾਂਦਾ ਹੈ। ਨੰਬਰ 33, ਤਾਂ ਫਿਰ ਇਹ ਪਿੱਛੇ ਨੂੰ ਮੂੰਹ ਕਰਕੇ ਮੁੜ ਪੈਂਦੇ ਹਨ ਅਤੇ ਜੇ ਮੂਹਰੇ ਫਿਰ ਪਾਣੀ ਵੀ ਹੋਵੇ ਤਾਂ ਉਸ ਨੂੰ ਵੀ ਅੱਗ ਲਾ ਦਿੰਦੇ ਹਨ। ਨੰਬਰ 34, ਉਹਨਾਂ ਦੇ ਲੜਾਈ ਦੇ ਹੁਨਰਾਂ ਤੋਂ ਬਿਨਾਂ ਇੱਕ ਹੋਰ ਗੱਲ ਸੁਣ, ਜਿਸ ਕਰਕੇ ਹੋਰਨਾਂ ਸਭ ਸੂਰਬੀਰਾਂ ਨਾਲੋਂ ਅੱਗੇ ਹਨ, ਵੱਧ ਚੜ੍ਹ ਕੇ ਹਨ। ਨੰਬਰ 35, ਇਹ ਕਦੇ ਵੀ ਕਿਸੇ ਨਾਮਰਦ ਜੋ ਲੜਾਈ ਵਿੱਚ ਹਥਿਆਰ ਸੁੱਟ ਕੇ ਪਾਸੇ ਹੋ ਜਾਵੇ ਨੂੰ ਨਹੀਂ ਮਾਰਦੇ ਤੇ ਨਾ ਹੀ ਰਣ ਚੋਂ ਭੱਜ ਨਿਕਲੇ ਪਿੱਛੇ ਪੈ ਕੇ ਉਸ ਨੂੰ ਰੋਕਣ ਹੀ ਜਾਂਦੇ ਹਨ। ਨੰਬਰ 36, ਲੁੱਟ ਮਾਰ ਵੇਲੇ ਉਹ ਕਿਸੇ ਔਰਤ ਦਾ ਮਾਲ ਧਨ ਜਾਂ ਗਹਿਣਾ ਨਹੀਂ ਖੋਹਦੇ, ਭਾਵੇਂ ਉਹ ਸਵਾਣੀ ਹੋਵੇ ਭਾਵੇਂ ਗੋਲੀ ਦਾਸੀ। ਇਹਨਾਂ ਸੱਗਾਂ ਵਿੱਚ ਵਿਚਾਰ ਵੀ ਨਹੀਂ ਹੈ ਅਤੇ ਨਾ ਹੀ ਇਹਨਾਂ ਭੈੜੀਆਂ ਰਗਾਂ ਵਾਲਿਆਂ ਨੂੰ ਚੋਰੀ ਦੀ ਆਦਤ ਹੈ। ਨੰਬਰ 38, ਜ਼ਨਾਨੀ ਭਾਵੇਂ ਜਵਾਨ ਹੋਵੇ ਭਾਵੇਂ ਬੁੱਢੀ ਠੇਰੀ, ਉਸ ਨੂੰ ਕਹਿੰਦੇ ਹਨ ਬੁੱਢੀਏ ਇੱਕ ਪਾਸੇ ਹਟ ਜਾ। ਨੰਬਰ 39, ਹਿੰਦੁਸਤਾਨੀ ਬੋਲੀ ਵਿੱਚ ਬੁੱਢੀ ਸ਼ਬਦ ਦੇ ਅਰਥ ਹਨ ਵਡੇਰੀ ਉਮਰ ਵਾਲੀ ਮਾਤਾ ਸਮਾਨ। ਨੰਬਰ 40, ਇਹਨਾਂ ਵਿੱਚ ਨਾ ਚੋਰੀ ਹੈ ਤੇ ਨਾ ਇਹਨਾਂ ਭੈੜੀਆਂ ਰਗਾਂ ਵਾਲਿਆਂ ਵਿੱਚ ਕੋਈ ਸੰਨਾ ਮਾਰਨ ਵਾਲਾ ਹੁੰਦਾ ਹੈ। ਨੰਬਰ 41, ਵਿਚਾਰੀ ਅਤੇ ਸੰਨਾ ਮਾਰਨ ਵਾਲਿਆਂ ਨਾਲ ਇਹ ਦੋਸਤੀ ਨਹੀਂ ਪਾਉਂਦੇ, ਉਂਝ ਭਾਵੇਂ ਇਹਨਾਂ ਦੀਆਂ ਹੋਰ ਗੱਲਾਂ ਚੰਗੀਆਂ ਹਨ। ਕਾਜ਼ੀ ਜੀ ਨੇ ਭਾਵੇਂ 1765 ਈਸਵੀ ਵਿੱਚ ਸਿੰਘਾਂ ਦੇ ਮੈਦਾਨੇ ਜੰਗ ਵਿੱਚ ਮਰਦਾਨਗੀ ਦੇ ਜੌਹਰਾਂ ਤੇ ਉਹਨਾਂ ਦੇ ਉੱਚੇ ਸੁੱਚੇ ਆਚਰਣ ਬਾਰੇ ਆਪ ਮੁਹਾਰਾ ਜ਼ਿਕਰ ਕੀਤਾ ਹੈ, ਪਰ ਇਹ ਗੱਲ ਮੰਨਣਯੋਗ ਹੈ ਕਿ ਦੂਜੇ ਮੁਸਲਮਾਨ ਇਤਿਹਾਸਕਾਰਾਂ ਜੋ ਆਪਣੇ ਤੁਅੱਸਬ, ਕੱਟੜ ਫਿਰਕੂਪੁਣਾ ਤੇ ਈਰਖਾ ਦੇ ਸਾੜੇ 'ਚ ਗ੍ਰਸਤ ਹੋਏ, ਸੱਚ ਪ੍ਰਥਾਏ, ਤੰਗ ਨਜ਼ਰੀ ਦੀ ਤੇ ਥੋੜ ਦਿਲੀ ਦੀਆਂ ਅੱਖਾਂ ਉੱਤੇ ਪੱਟੀ ਬੰਨੀ ਬੈਠੇ ਸਨ, ਨਾਲੋਂ ਸਭ ਤੋਂ ਪਹਿਲਾਂ ਇਹਨਾਂ ਅਨਮੋਲ ਗੁਣਾਂ ਤੋਂ ਗਦ-ਗਦ ਹੋ ਕੇ ਤੁਅੱਸਬ ਨੂੰ ਛੱਡ ਅਸਲੀਅਤ ਦਾ ਜ਼ਿਕਰ ਕਰਦਾ ਹੈ। ਸਖਤ ਔਖੀ ਜ਼ਿੰਦਗੀ ਨੇ ਸਿੱਖਾਂ ਨੂੰ ਜੋ ਦਿਨ ਰਾਤ ਘੋੜਿਆਂ ਦੀਆਂ ਕਾਠੀਆਂ ਤੇ ਜਾਂ ਪੈਦਲ ਵੈਰੀ ਨਾਲ ਜੂਝਦੇ ਫਿਰਦੇ ਸਨ, ਬੜੀਆਂ ਬੜਮੁੱਲੀਆਂ ਨਿਆਮਤਾਂ ਪ੍ਰਦਾਨ ਕੀਤੀਆਂ। ਉਹਨਾਂ ਦੀ ਸਿਹਤ, ਤਾਕਤ, ਤੇਜ਼ ਰਫ਼ਤਾਰੀ, ਨਸ ਭੱਜ ਦਾ ਕੋਈ ਮੁਕਾਬਲਾ ਨਹੀਂ ਸੀ। ਸ਼ਕਤੀਸ਼ਾਲੀ ਲੰਬੀਆਂ ਬਾਹਾਂ, ਫੌਲਾਦ ਵਰਗੀਆਂ ਮਜ਼ਬੂਤ ਲੱਤਾਂ, ਬਲੌਰ ਵਾਂਗ ਚਮਕਦੀਆਂ ਅੱਖਾਂ, ਗਿੱਠ-ਗਿੱਠ ਚੌੜੇ ਮੱਥੇ, ਸਵਾ-ਸਵਾ ਹੱਥ ਚੌੜੀਆਂ ਛਾਤੀਆਂ, ਦਗ-ਦਗ ਕਰਦੇ ਲਾਲ ਸੁਰਖ ਚਿਹਰੇ, ਸ਼ਾਹ ਕਾਲੇ ਲੰਬੇ ਕੇਸ, ਲਾਲਾਂ ਦੇ ਟੁਕੜਿਆਂ ਵਰਗੇ ਸੁਰਖ ਬੁੱਲ ਤੇ ਚਿੱਟੇ ਦੰਦ, ਸੋਹਣੇ ਭਰਵੇਂ ਦਾੜੇ ਤੇ ਕੁੰਡਲਾਂ ਵਾਲੇ ਮੁਸ਼ਹਿਰੇ ਅਰੋਗ ਫੌਲਾਦੀ ਸਰੀਰ ਉਹਨਾਂ ਨੂੰ ਕੁਦਰਤ ਵੱਲੋਂ ਬਖਸ਼ੇ ਗਏ ਤੋਹਫੇ ਸਨ। ਸਮੇਂ ਦੀ ਬੇਰਹਿਮ ਸਰਕਾਰ ਨੇ ਉਹਨਾਂ ਉੱਤੇ ਆਪਣੇ ਜ਼ੁਲਮ, ਜ਼ਬਰ ਤੇ ਮੌਤ ਦਾ ਤੰਬੂ ਤਾਣ ਕੇ ਹਨੇਰ ਵਰਤਾਇਆ ਹੋਇਆ ਸੀ। ਮੁਸੀਬਤਾਂ, ਮੁਸ਼ਕਲਾਂ ਦੇ ਕੰਢਿਆਂ ਤੇ ਜਿਲ੍ਹਣਾ ਵਿੱਚ ਉਹਨਾਂ ਦੇ ਪੈਰ ਧਸਾਏ ਹੋਏ ਸਨ, ਪਰ ਉਹਨਾਂ ਦੇ ਹਿਰਦਿਆਂ ਵਿੱਚ ਵਿਵੇਕ ਬੁੱਧੀ ਦਾ ਪ੍ਰਕਾਸ਼ ਸੀ। ਉਹ ਪੂਰੀ ਤਰ੍ਹਾਂ ਸ਼ਾਂਤ ਚਿੱਤ ਸਨ ਤੇ ਸਬਰ, ਸੰਤੋਖ ਅਤੇ ਧੀਰਜ ਨਾਲ ਖਿੜੇ ਮੱਥੇ ਜ਼ਿੰਦਗੀ ਦੀਆਂ ਔਕੜਾਂ ਦਾ ਮੁਕਾਬਲਾ ਕਰ ਰਹੇ ਸਨ। ਫਿਕਰ, ਚਿੰਤਾ, ਵਿਸ਼ਿਆਂ ਤੋਂ ਮੁਕਤ, ਦੁਨਿਆਵੀ ਧੰਦਿਆਂ, ਝੰਜਟਾਂ ਤੇ ਲੱਗ ਲਪੇਟ ਤੋਂ ਅਟੰਕ ਸ਼ੁੱਧ ਹਿਰਦਿਆਂ ਵਾਲੇ ਤੇ ਆਚਰਨਾਤਮਿਕ ਸਿਖਰਾਂ ਦੇ ਸ਼ਹਿਨਸ਼ਾਹ। ਇਹ ਸਨ ਕੁਦਰਤ ਦੀ ਗੋਦੀ ਜੰਗਲਾਂ ਬੇਲਿਆਂ ਵਿੱਚ ਆਨੰਦਮਈ ਵਸਣ ਵਾਲੇ ਸਾਊ ਪਰ ਰਾਠ ਖਾਲਸੇ, ਜਿਨ੍ਹਾਂ ਨੂੰ ਸਫਾਏ ਹਸਤੀ ਤੋਂ ਮਲੀਆ ਮੇਟ ਕਰ ਦੇਣ ਲਈ ਮੁਗਲਿਆ ਸਰਕਾਰ ਅੱਡੀ ਚੋਟੀ ਦਾ ਜ਼ੋਰ ਲਾ ਰਹੀ ਸੀ ਤੇ ਉਹ ਹੱਥਾਂ ਵਿੱਚ ਤੇਗਾਂ ਲੈ ਕੇ ਸਰਕਾਰ ਨੂੰ ਦਮੋਂ ਕੱਢ ਖਾਰੇ ਸਮੁੰਦਰੀ ਗਰਕ ਕਰ ਦੇਣ ਦਾ ਨਿਸ਼ਚਾ ਧਾਰ ਕੇ ਦਿੱਲੀ ਤੇ ਲਾਹੌਰ ਦੀਆਂ ਸਰਕਾਰਾਂ ਨੂੰ ਲਲਕਾਰ ਰਹੇ ਸਨ। ਭੂਰਿਆਂ ਵਾਲੇ ਰਾਜੇ ਕੀਤੇ ਲੇਖਕ
ਪ੍ਰਿੰਸੀਪਲ ਸਵਰਨ ਸਿੰਘ ਚੂਸਲੇਵੜ। ਆਵਾਜ਼ ਭਾਈ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।